ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਫਿਰ ਤੋਂ ਲੈ ਕੇ ਹਾਜ਼ਰ ਹੋਈ ਹਾਂ ਕਹਾਣੀ ਪ੍ਰੇਮ ਬੰਧਨੀ। ਪ੍ਰੇਮ ਬੰਧਨੀ ਦੇ ਤੁਸੀਂ 2 ਪਾਰਟ ਸੁਣ ਚੁੱਕੇ ਹੋ। ਜਿਨ੍ਹਾਂ ਨੇ ਹੁਣ ਤੱਕ 2 ਪਾਰਟ ਨਹੀਂ ਸੁਣੇ ਉਹ ਪਲੇਲਿਸਟ ਵਿੱਚ ਜਾ ਕੇ ਸੁਣ ਸਕਦੇ ਨੇ। ਅੱਜ ਮੈਂ ਇਸ ਦਾ ਪਾਰਟ 3 ਲੈ ਕੇ ਹਾਜ਼ਰ ਹੋਈ ਹਾਂ। ਤੁਸੀਂ ਪਿਛਲੇ ਪਾਰਟ ਵਿੱਚ ਸੁਣ ਰਹੇ ਸੀ ਕਿ ਗੋਵਰਧਨ ਦੇ ਘਰ ਵਿੱਚ ਕਾਫੀ ਲੋਕ ਜਮ੍ਹਾਂ ਹੋਏ ਹਨ ਤੇ ਉਹ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ। ਹੁਣ ਉਸ ਤੋਂ ਅੱਗੇ ਗੋਵਰਧਨ ਰੋਂਦੀ ਹੋਈ ਨੰਦਨੀ ਦੇ ਕੋਲ ਆਇਆ ਤੇ ਉਸਨੇ ਹੈਰਾਨ ਹੋ ਕੇ ਉਸਦੇ ਦੁਆਲੇ ਲੋਕਾਂ ਨੂੰ ਵੇਖਿਆ। ਗੋਵਰਧਨ ਨੰਦਨੀ ਨੇ ਉਸ ਵੱਲ ਵੇਖਿਆ। ਨੰਦਨੀ ਜੀ, ਇਹ ਲੋਕ ਕਹਿੰਦੇ ਆ ਕਿ ਅਸੀਂ ਰੋਣ ਲੱਗ ਜਾਂਦੀ ਹੈ। ਲੋਕਾਂ 'ਚੋਂ ਇੱਕ, ਹਾਂ ਸਾਨੂੰ ਸੱਚ ਦੱਸੋ। ਸਾਰੇ ਲੋਕਾਂ ਨੇ ਉਸਦੀ ਹਾਂ 'ਚ ਹਾਂ ਮਿਲਾਈ। ਗੋਵਰਧਨ ਹੈਰਾਨ ਹੋ ਕੇ, ਪਰ ਕੀ? ਫਿਰ ਤੋਂ ਨੰਦਨੀ ਵੱਲ ਵੇਖਿਆ। ਨੰਦਨੀ ਰੋਂਦੀ ਰਹੀ। ਲੋਕਾਂ 'ਚੋਂ ਇੱਕ ਔਰਤ, ਹਾਂ ਗੋਵਰਧਨ ਸਾਨੂੰ ਸੱਚ ਦੱਸੋ। ਗੋਵਰਧਨ, ਕਾਹਦਾ ਸੱਚ ਅੰਮਾ ਵੇਖ ਗੋਵਰਧਨ, ਇੱਥੇ ਅਸੀਂ ਜਿੰਨੇ ਵੀ ਲੋਕ ਝੌਂਪੜੀਆਂ 'ਚ ਰਹਿੰਦੇ ਆ, ਇੱਥੇ ਸਾਰੀਆਂ ਜਨਾਨੀਆਂ ਦੇ ਜਾਪੇ ਡਿਲੀਵਰੀ ਮੇਰੇ ਹੱਥੋਂ ਹੋਏ ਆ ਤੇ ਇੱਥੇ ਸਾਰੇ ਇਹ ਗੱਲ ਵੀ ਜਾਣਦੇ ਆ ਕਿ ਨੰਦਨੀ ਇੱਕ ਬਾਂਝ ਔਰਤ ਆ, ਉਹਨੂੰ ਬੱਚਾ ਨਹੀਂ ਹੋ ਸਕਦਾ। ਇਹ ਵੱਖਰੀ ਗੱਲ ਆ ਕਿ ਤੁਸੀਂ ਦੋਵੇਂ ਇਹ ਸੱਚ ਸਵੀਕਾਰ ਨਹੀਂ ਕਰਦੇ ਤੇ ਹਰ ਵਕਤ ਬੱਚੇ ਦੇ ਸੁਪਨੇ ਵੇਖਦੇ ਰਹਿੰਦੇ ਆ। ਸਾਨੂੰ ਦੱਸੋ ਕਿ ਇਹ ਬੱਚਾ ਤੁਹਾਡੇ ਕੋਲ ਕਿਵੇਂ ਆਇਆ। ਸਾਰੇ ਲੋਕਾਂ ਨੇ ਅੰਮਾ ਦੀ ਗੱਲ 'ਚ ਹਾਮੀ ਭਰੀ। ਲੋਕਾਂ 'ਚੋਂ ਇੱਕ, ਇਹ ਚੋਰੀ ਦਾ ਵੀ ਹੋ ਸਕਦਾ ਅੰਮਾ, ਨਹੀਂ, ਮੈਂ ਨੰਦਨੀ ਤੇ ਗੋਵਰਧਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਉਹ ਇੱਦਾਂ ਨਹੀਂ ਕਰ ਸਕਦੇ। ਫਿਰ ਗੋਵਰਧਨ ਵੱਲ ਵੇਖ ਕੇ, ਹਾਂ ਗੋਵਰਧਨ ਬੋਲੋ। ਗੋਵਰਧਨ, ਅੰਮਾ ਸਾਨੂੰ ਇਹ ਬੱਚਾ। ਨੰਦਨੀ ਝੂਠ ਬੋਲਦੀ ਹੈ, ਸਾਨੂੰ ਰੋੜੀਆਂ ਤੋਂ ਮਿਲਿਆ, ਕੋਈ ਛੱਡ ਗਿਆ ਸੀ ਉੱਥੇ। ਗੋਵਰਧਨ ਨੰਦਨੀ ਵੱਲ ਵੇਖਦਾ ਹੈ। ਅੰਮਾ, ਗੋਵਰਧਨ ਕਿ ਸੱਚਮੁੱਚ ਰੂੜੀਆਂ ਤੋਂ ਮਿਲਿਆ? ਗੋਵਰਧਨ ਥੋੜਾ ਝਿਜਕਦਾ ਹੋਇਆ, ਹਾਂ ਅੰਮਾ, ਕੱਲ ਮੈਂ ਸ਼ਹਿਰ ਦੇ ਬਾਹਰ ਵਾਲੀਆਂ ਰੂੜੀਆਂ ਫਰੋਲਣ ਗਿਆ ਸੀ, ਉੱਥੇ ਇਹ ਬੱਚੀ ਮਿਲੀ। ਅੰਮਾ, ਤੇ ਇਹ ਹੋ ਸਕਦਾ ਕਿਸੇ ਦਾ ਪਾਪ ਹੋਵੇ, ਤੂੰ ਚੁੱਕ ਕੇ ਆਪਦੀ ਝੋਪੜੀ 'ਚ ਲੈ ਕੇ ਆ ਗਿਆ। ਨੰਦਨੀ ਤੇ ਗੋਵਰਧਨ ਇੱਕ ਦੂਜੇ ਵੱਲ ਵੇਖਦੇ ਹਨ। ਗੋਵਰਧਨ ਅੱਖਾਂ ਭਰ ਆਉਂਦਾ ਹੈ। ਅੰਮਾ, ਇਸ ਬੱਚੀ ਦਾ ਮਾਸੂਮ ਚਿਹਰਾ ਵੇਖ ਕੇ ਮੈਨੂੰ ਪਾਪ ਦਾ ਖਿਆਲ ਹੀ ਨਹੀਂ ਆਇਆ। ਬਸ ਇਹੀ ਖਿਆਲ ਆਇਆ ਕਿ ਕਿਤੇ ਕੋਈ ਜਾਨਵਰ ਨਾ ਖਾ ਗਿਆ ਤਾਂ। ਅੱਖਾਂ ਪੂੰਝਣ ਲੱਗ ਜਾਂਦਾ ਹੈ। ਅੰਮਾ, ਹਾਂ ਉਹ ਤਾਂ ਠੀਕ ਆ ਗੋਵਰਧਨ, ਪਰ ਇਹ ਬੱਚੀ ਤੈਨੂੰ ਲਵਾਰਿਸ਼ ਮਿਲੀ, ਤੂੰ ਪੁਲਿਸ ਸਟੇਸ਼ਨ ਜਾ ਕੇ ਖਬਰ ਦੇ ਕੇ ਆ। ਨੰਦਨੀ ਇੱਕੋ ਦਮ ਹੈਰਾਨ ਹੋ ਕੇ, ਪੁਲਿਸ ਸਟੇਸ਼ਨ? ਫਿਰ ਗੋਵਰਧਨ ਵੱਲ ਵੇਖਦੀ ਹੈ। ਅਚਾਨਕ ਬੱਚੀ ਰੋਣ ਲੱਗ ਜਾਂਦੀ ਤੇ ਨੰਦਨੀ ਕਟੋਰੀ 'ਚ ਦੁੱਧ ਪਾ ਕੇ ਰੂਹ ਨਾਲ ਪਿਉਣ ਲੱਗ ਜਾਂਦੀ ਹੈ। ਸਾਰੇ ਨੰਦਨੀ ਵੱਲ ਵੇਖਦੇ ਹਨ। ਗੋਵਰਧਨ ਰੋਂਦਾ ਹੈ ਤੇ ਅੰਮਾ ਦੇ ਪੈਰ ਫੜ ਲੈਂਦਾ ਹੈ। ਅੰਮਾ, ਸਾਡੇ 'ਤੇ ਦਇਆ ਕਰੋ ਪਲੀਜ਼, ਸਾਡੇ ਤੋਂ ਇਹ ਬੱਚੀ ਖੋਹ ਲਓਗੇ ਤਾਂ ਅੰਮਾ ਅਸੀਂ ਇਹ ਬੱਚੀ ਕਿਸੇ ਨੂੰ ਨਹੀਂ ਦੇਣੀ, ਦਇਆ ਕਰੋ, ਕਿਰਪਾ ਕਰੋ ਅੰਮਾ। ਨੰਦਨੀ ਤੇ ਗੋਵਰਧਨ ਦੋਵੇਂ ਰੋਣ ਲੱਗ ਜਾਂਦੇ ਹਨ। ਅੰਮਾ ਨੇ ਸਾਰੇ ਲੋਕਾਂ ਵੱਲ ਸਵਾਲੀਆ ਨਜ਼ਰ ਨਾਲ ਵੇਖਿਆ। ਲੋਕਾਂ 'ਚੋਂ ਇੱਕ ਆਦਮੀ, ਅੰਮਾ ਅਸੀਂ ਸਾਰੇ ਸਹਿਮਤ ਹਾਂ, ਸਾਨੂੰ ਇਸ ਬੱਚੀ ਦੇ ਇਹਨਾਂ ਕੋਲ ਹੋਣ 'ਤੇ ਕੋਈ ਇਤਰਾਜ਼ ਨਹੀਂ, ਪਰ ਅਸੀਂ ਸਾਰੇ ਇਸ ਬੱਚੀ ਦਾ ਪਾਲਣ ਪੋਸ਼ਣ ਕਰਨ 'ਚ ਇਹਨਾਂ ਦੀ ਮਦਦ ਕਰਨ ਲਈ ਵੀ ਤਿਆਰ ਹਾਂ। ਗੋਵਰਧਨ ਤੇ ਨੰਦਨੀ ਇੱਕ ਦੂਜੇ ਵੱਲ ਵੇਖਦੇ ਹਨ। ਗੋਵਰਧਨ ਹੱਥ ਜੋੜ ਲੈਂਦਾ ਹੈ। ਅਸੀਂ ਤੁਹਾਡਾ ਅਹਿਸਾਨ ਸਮਝਾਂਗੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਆਦਮੀ ਉਸਦੇ ਮੋਢੇ 'ਤੇ ਹੱਥ ਰੱਖਦਾ ਹੈ ਤੇ ਮੁਸਕਰਾ ਕੇ, ਗੋਵਰਧਨ ਇਸ ਬੱਚੀ ਦੀ ਜ਼ਿੰਮੇਵਾਰੀ ਤੇ ਤੇਰੀ ਤੇ ਨੰਦਨੀ ਦੀ ਆ, ਤੁਹਾਨੂੰ ਇਹਦਾ ਪੂਰਾ ਖਿਆਲ ਰੱਖਣਾ ਪਊ, ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਦੱਸ ਦੇਣਾ।
ਗੋਵਰਧਨ ਹੱਥ ਜੋੜ ਕੇ ਖੜਾ ਰਹਿੰਦਾ ਹੈ ਤੇ ਸਾਰੇ ਲੋਕ ਵਾਰੀ-ਵਾਰੀ ਉਥੋਂ ਚਲੇ ਜਾਂਦੇ ਹਨ। ਅੰਮਾ ਮੁਸਕਰਾਉਂਦੀ ਹੋਈ ਨੰਦਨੀ ਕੋਲੋਂ ਫੜ ਕੇ ਬੱਚੀ ਆਪਦੀ ਗੋਦ 'ਚ ਲੈ ਲੈਂਦੀ ਹੈ ਤੇ ਉਸਨੂੰ ਧਿਆਨ ਨਾਲ ਵੇਖਣ ਲੱਗ ਜਾਂਦੀ ਹੈ। ਅੰਮਾ, ਨੰਦਨੀ ਇਹਦੀਆਂ ਅੱਖਾਂ ਨੀਲੀਆਂ। ਨੰਦਨੀ ਮੁਸਕਰਾਉਂਦੀ ਹੈ, ਹਾਂ ਅੰਮਾ, ਬਹੁਤ ਸੋਹਣੀਆਂ ਨਾ ਅੱਖਾਂ। ਅੰਮਾ, ਗੋਵਰਧਨ, ਕੱਲ੍ਹ ਸਵੇਰੇ ਕਿਸੇ ਬਹੁਤ ਵੱਡੇ ਅਮੀਰ ਆਦਮੀ ਨੇ ਆਪਣੇ ਲਾਗਲੇ ਦੁਰਗਾ ਦੇਵੀ ਦੇ ਮੰਦਿਰ ਭੰਡਾਰਾ ਕਰਾਇਆ ਹੈ। ਅਸੀਂ ਸਾਰੇ ਜਾ ਰਹੇ ਹਾਂ ਉੱਥੇ, ਤੁਸੀਂ ਵੀ ਜਾਇਓ ਦੋਵੇਂ। ਸੁਣਿਆ ਉਹ ਗਰੀਬਾਂ ਨੂੰ ਬਹੁਤ ਖੁੱਲ੍ਹਾ ਦਾਨ ਦਿੰਦੇ ਆ। ਨੰਦਨੀ ਮੁਸਕਰਾ ਕੇ, ਦੋਵੇਂ ਨਹੀਂ ਅੰਮਾ, ਤਿੰਨੇ। ਅੰਮਾ ਹੱਸਦੀ ਹੈ, ਤਾਂ ਤੁਸੀਂ ਤਿੰਨੇ। ਗੋਵਰਧਨ ਕੋਲ ਬੈਠ ਜਾਂਦਾ ਹੈ। ਅੰਮਾ, ਕਾਹਤੋਂ ਕਰਾਇਆ ਭੰਡਾਰਾ? ਅੰਮਾ, ਬੇਟਾ, ਜਿਹੜੇ ਅਮੀਰ ਲੋਕ ਹੁੰਦੇ ਆ ਨਾ, ਉਹਨਾਂ ਨੂੰ ਕਿਹੜਾ ਦਾਨ ਕਰਨ ਲਈ ਕਿਸੇ ਬਹਾਨੇ ਦੀ ਲੋੜ ਹੁੰਦੀ ਆ। ਪਰ ਸੁਣਨ 'ਚ ਆਇਆ ਉਹਦੇ ਘਰ ਕਈ ਸਾਲਾਂ ਬਾਅਦ ਮੁੰਡੇ ਨੇ ਜਨਮ ਲਿਆ ਤਾਂ ਉਹ ਬਹੁਤ ਸੋਹਣਾ ਆ। ਗੋਵਰਧਨ, ਅੱਛਾ ਅੰਮਾ। ਨੰਦਨੀ ਮੁਸਕਰਾ ਕੇ, ਹੋਊਗਾ ਸੋਹਣਾ, ਪਰ ਮੇਰੀ ਆਣੀਆਂ ਤੋਂ ਵੱਧ ਸੋਹਣਾ ਨਹੀਂ ਹੋਣਾ, ਹਨਾ ਜੀ। ਗੋਵਰਧਨ ਵੱਲ ਵੇਖਦੀ ਹੈ। ਅੰਮਾ ਤੇ ਗੋਵਰਧਨ ਨੰਦਨੀ 'ਤੇ ਹੱਸਦੇ ਹਨ। ਸਵੇਰ ਦਾ ਸਮਾਂ। ਰੇਵਤੀ ਤੇ ਸ਼ਾਮ ਲਾਲ ਦੁਰਗਾ ਦੇਵੀ ਦੀ ਮੂਰਤੀ ਅੱਗੇ ਖੜੇ ਹਨ। ਸ਼ਾਮ ਲਾਲ ਹੱਥ ਜੋੜ ਕੇ, ਹੇ ਮਾਂ ਦੁਰਗਾ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਪੁੱਤਰ ਦੀ ਦਾਤ ਬਖਸ਼ ਦਿਓ। ਮੈਂ ਦਿਆਲ ਦਾਸ ਤੋਂ ਵੀ ਵੱਡਾ ਭੰਡਾਰਾ ਕਰਾਊਂਗਾ। ਰੇਵਤੀ ਉਸ ਵੱਲ ਧਿਆਨ ਨਾਲ ਵੇਖਦੀ ਹੈ ਤੇ ਅੱਖਾਂ ਭਰ ਆਉਂਦੀ ਹੈ। ਰੇਵਤੀ, ਮੰਚ, ਇੱਕ ਔਰਤ ਨੂੰ ਨਦੀ 'ਚ ਜਾਨਵਰਾਂ ਦੇ ਅੱਗੇ ਪਰੋਸ ਕੇ ਹੁਣ ਤੁਸੀਂ ਦੂਸਰੀ ਔਰਤ ਦੇ ਅੱਗੇ ਪੁੱਤਰ ਲਈ ਭੀਖ ਮੰਗ ਰਹੇ ਹੋ। ਸ਼ਾਮ ਲਾਲ ਤੇ ਰੇਵਤੀ ਮੰਦਰ 'ਚੋਂ ਬਾਹਰ ਆਉਂਦੇ ਹਨ। ਸਾਰੇ ਦੁਰਗਾ ਦੇਵੀ ਦੇ ਮੰਦਰ ਪਹੁੰਚਦੇ ਹਨ ਤੇ ਸਾਰੇ ਲੋਕਾਂ ਨਾਲ ਖੜੇ ਗੋਵਰਧਨ ਤੇ ਨੰਦਨੀ ਬੜੀ ਹੀ ਉਤਸੁਕਤਾ ਨਾਲ ਮੰਦਰ ਵੱਲ ਵੇਖਦੇ ਰਹਿੰਦੇ ਹਨ। ਸ਼ਾਮ ਲਾਲ ਤੇ ਰੇਵਤੀ ਬਿਲਕੁਲ ਬੇਖਬਰ ਨੰਦਨੀ ਤੇ ਬੱਚੀ ਦੇ ਕੋਲੋਂ ਦੀ ਲੰਘ ਜਾਂਦੇ ਹਨ। ਇੱਕ ਵੱਡੀ ਸਾਰੀ ਕਾਲੀ ਗੱਡੀ ਆ ਕੇ ਰੁਕਦੀ ਹੈ। ਨੌਕਰ ਗੱਡੀ ਦਾ ਦਰਵਾਜ਼ਾ ਖੋਲ੍ਹਦਾ ਹੈ ਤੇ ਦਿਆਲ ਦਾਸ ਗੱਡੀ 'ਚੋਂ ਉਤਰਦੇ ਹਨ ਤੇ ਉਹਨਾਂ ਦੀ ਪਤਨੀ ਨਿਰਮਲਾ ਦਾਸ ਇੱਕ ਬੱਚੇ ਨੂੰ ਗੋਦ 'ਚ ਚੁੱਕੀ ਉਹਨਾਂ ਦੇ ਪਿੱਛੇ ਤੁਰੀ ਆ ਰਹੀ ਹੈ। ਇੱਕ ਨੌਕਰ ਨੇ ਉਹਨਾਂ ਦੋਵਾਂ 'ਤੇ ਛਤੜੀ ਤਾਣੀ ਹੈ। ਗੋਵਰਧਨ ਤੇ ਨੰਦਨੀ ਤੇ ਬਾਕੀ ਲੋਕ ਬੜੀ ਉਤਸੁਕਤਾ ਨਾਲ ਉਹਨਾਂ ਵੱਲ ਵੇਖਦੇ ਹਨ। ਦਿਆਲ ਦਾਸ ਸਾਰੇ ਲੋਕਾਂ ਨੂੰ ਵੇਖ ਕੇ ਹੱਥ ਜੋੜ ਕੇ ਸਿਰ ਨਵਾਉਂਦਾ ਹੈ ਤੇ ਸਾਰੇ ਲੋਕ ਉਸ ਨੂੰ ਹੱਥ ਜੋੜ ਕੇ ਸਿਰ ਨਵਾਉਂਦੇ ਹਨ। ਦਿਆਲ ਦਾਸ ਤੇ ਨਿਰਮਲਾ ਮੰਦਰ 'ਚ ਚਲੇ ਜਾਂਦੇ ਹਨ। ਇੱਕ ਨੌਕਰ ਸਾਰਿਆਂ ਨੂੰ, ਇੱਥੇ ਲਾਈਨਾਂ 'ਚ ਬਹਿ ਜਾਓ, ਸਾਹਿਬ ਸਾਰਿਆਂ ਨੂੰ ਦੇਣਗੇ, ਸਾਹਿਬ ਬਹੁਤ ਦਿਆਲੂ ਆ। ਸਾਰੇ ਲੋਕ ਲਾਈਨਾਂ 'ਚ ਬੈਠ ਜਾਂਦੇ ਹਨ। ਨੰਦਨੀ ਤੇ ਗੋਵਰਧਨ ਵੀ ਬੈਠ ਜਾਂਦੇ ਹਨ। ਨੰਦਨੀ, ਜੀ ਕੀ ਇਹ ਸਾਨੂੰ ਆਪਦਾ ਮੁੰਡਾ ਵੀ ਵਿਖਾਉਣਗੇ? ਗੋਵਰਧਨ, ਇਹ ਵੱਡੇ ਲੋਕ ਆ ਨੰਦਨੀ, ਸਾਨੂੰ ਗਰੀਬਾਂ ਨੂੰ ਆਪਦੀ ਔਲਾਦ ਕਿਉਂ ਵਿਖਾਉਣਗੇ? ਸਾਡਾ ਗਰੀਬੀ ਦਾ ਤਾਂ ਸਾਇਆ ਵੀ ਮਾੜਾ ਸਮਝਦੇ ਹੁੰਦੇ ਆ ਇਹ ਲੋਕ। ਮੰਦਰ ਦੇ ਅੰਦਰ ਵੱਲ ਵੇਖਦਾ ਹੈ, ਨਾਲੇ ਸਾਡੀ ਗਰੀਬਾਂ ਦੀ ਨਜ਼ਰ ਨਾ ਲੱਗ ਜਾਊਗੀ ਇਹਨਾਂ ਦੇ ਮੁੰਡੇ ਨੂੰ। ਨੰਦਨੀ, ਨਹੀਂ ਜੀ, ਤੁਸੀਂ ਵੇਖਿਓ, ਮੇਰੀ ਆਣੀਆਂ ਕਿਤੇ ਜ਼ਿਆਦਾ ਸੋਹਣੀ ਹੋਊਗੀ ਉਸ ਅਮੀਰਜ਼ਾਦੇ ਤੋਂ। ਗੋਵਰਧਨ ਸੁਣ ਕੇ ਮੁਸਕਰਾਉਣ ਲੱਗ ਜਾਂਦਾ ਹੈ। ਦਿਆਲ ਦਾਸ ਤੇ ਨਿਰਮਲਾ ਬਾਹਰ ਆਉਂਦੇ ਹਨ। ਸਾਰੇ ਲੋਕ ਉਹਨਾਂ ਵੱਲ ਵੇਖਣ ਲੱਗ ਜਾਂਦੇ ਹਨ। ਦਿਆਲ ਦਾਸ ਸਾਰੇ ਲੋਕਾਂ ਨੂੰ ਮੁਸਕਰਾ ਕੇ, ਤੁਹਾਡਾ ਸਭ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਕਾਫੀ ਸਾਲਾਂ ਬਾਅਦ ਮੇਰੇ ਘਰ ਪੁੱਤਰ ਨੇ ਜਨਮ ਲਿਆ। ਆਣੀਆਂ ਥੋੜ੍ਹਾ ਜਿਹਾ ਰੋਂਦੀ ਹੈ ਤੇ ਨੰਦਨੀ ਉਸਨੂੰ ਹਿਲਾਉਂਦੀ ਹੋਈ ਉੱਠ ਕੇ ਖੜੀ ਹੋ ਜਾਂਦੀ ਹੈ। ਨਿਰਮਲਾ ਉਸਦੇ ਕੋਲ ਆ ਕੇ ਖੜੀ ਹੋ ਜਾਂਦੀ ਹੈ। ਨਿਰਮਲਾ, ਇਹਨੂੰ ਭੁੱਖ ਲੱਗੀ ਹੋਊਗੀ। ਆਣੀਆਂ ਫਿਰ ਤੋਂ ਰੋਂਦੀ ਹੈ। ਨੰਦਨੀ ਉਸਨੂੰ ਹਿਲਾਉਂਦੀ ਰਹਿੰਦੀ ਹੈ। ਦਿਆਲ ਦਾਸ ਨਿਰਮਲਾ, ਪ੍ਰੇਮ ਬੱਚੇ ਦਾ ਨਾਂ ਨੂੰ ਲੈ ਕੇ ਇੱਧਰ ਆਓ ਕੋਲ ਬੁਲਾਉਂਦਾ ਹੈ। ਦਿਆਲ ਦਾਸ ਤੇ ਨਿਰਮਲਾ ਪ੍ਰੇਮ ਦੇ ਹੱਥ ਲਵਾ ਕੇ ਸਾਰਿਆਂ ਨੂੰ ਖਾਣ ਦਾ ਸਮਾਨ ਵੰਡਣ ਲੱਗ ਜਾਂਦੇ ਹਨ। ਜਲਦੀ ਹੀ ਸਾਰੇ ਲੋਕ ਸਮਾਨ ਲੈ ਕੇ ਉੱਥੋਂ ਚਲੇ ਜਾਂਦੇ ਹਨ। ਗੋਵਰਧਨ ਤੇ ਨੰਦਨੀ ਆਣੀਆਂ ਨੂੰ ਲੈ ਕੇ ਇੱਕ ਪਾਸੇ ਖੜੇ ਹੋ ਜਾਂਦੇ ਹਨ। ਦਿਆਲ ਦਾਸ
ਗੋਵਰਧਨ ਤੇ ਨਿਰਮਲਾ ਨੂੰ, ਤੁਸੀਂ ਵੀ ਆਓ। ਗੋਵਰਧਨ ਤੇ ਨੰਦਨੀ ਉਹਨਾਂ ਕੋਲ ਆਉਂਦੇ ਹਨ। ਦਿਆਲਦਾਸ ਉਹਨਾਂ ਨੂੰ ਸਮਾਨ ਦਿੰਦਾ ਹੈ। ਗੋਵਰਧਨ ਤੇ ਨਿਰਮਲਾ ਉਹਨਾਂ ਤੋਂ ਖਾਣ ਦਾ ਸਮਾਨ ਲੈਂਦੇ ਹਨ ਤੇ ਜਾਣ ਲੱਗਦੇ ਹਨ। ਨੰਦਨੀ ਹੌਲੀ ਜਿਹੀ ਗੋਵਰਧਨ ਦੇ ਕੰਨ 'ਚ ਕੁਝ ਕਹਿੰਦੀ ਹੈ। ਦਿਆਲਦਾਸ, ਹਾਂ ਹਾਂ ਦੱਸੋ, ਕੁਝ ਕਹਿਣਾ ਜਾਂ ਫਿਰ ਹੋਰ ਕੁਝ ਚਾਹੀਦਾ ਹੈ ਤਾਂ ਦੱਸੋ। ਗੋਵਰਧਨ ਝਿਜਕਦਾ ਹੋਇਆ, ਨਹੀਂ ਜੀ ਉਹ। ਫਿਰ ਨਿਰਮਲਾ, ਹਾਂ ਹਾਂ ਬੋਲੋ, ਕੀ ਚਾਹੀਦਾ ਹੈ। ਗੋਵਰਧਨ ਜੀ, ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕਿ ਅਸੀਂ ਤੁਹਾਡਾ ਬੇਟਾ। ਦਿਆਲਦਾਸ ਹੱਸਦਾ ਹੈ, ਇੰਨੀ ਕੁ ਗੱਲ, ਇਹਨੂੰ ਵੇਖਣਾ। ਨਿਰਮਲਾ ਮੁਸਕਰਾ ਕੇ, ਹਾਂ ਤੁਸੀਂ ਵੇਖ ਸਕਦੇ ਹੋ, ਪਰ ਇੱਕ ਸ਼ਰਤ ਆ। ਨੰਦਨੀ, ਕੀ ਜੀ। ਨਿਰਮਲਾ ਮੁਸਕਰਾ ਕੇ, ਤੁਹਾਨੂੰ ਵੀ ਆਪਦਾ ਬੇਟਾ ਸਾਨੂੰ ਵਿਖਾਉਣਾ ਪਏਗਾ। ਨੰਦਨੀ, ਜੀ ਇਹ ਬੇਟੀ ਆ। ਥੋੜ੍ਹਾ ਝਿਜਕਦੀ ਹੈ ਨਿਰਮਲਾ। ਹਾਂ ਫਿਰ ਕੀ ਆ, ਇਹ ਤਾਂ ਆਪਣੀ ਔਲਾਦ ਨਾ, ਭਾਵੇਂ ਬੇਟਾ ਭਾਵੇਂ ਬੇਟੀ। ਨੰਦਨੀ ਮੁਸਕਰਾਉਂਦੀ ਹੋਈ ਉਸਦੇ ਨੇੜੇ ਹੁੰਦੀ ਹੈ। ਦੋਵੇਂ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਨੇੜੇ ਹੁੰਦੀਆਂ ਹਨ। ਦੋਵੇਂ ਬੱਚਿਆਂ ਦੇ ਮੂੰਹ ਤੋਂ ਕੱਪੜਾ ਪਾਸੇ ਕਰਦੀਆਂ ਹਨ। ਕੱਪੜਾ ਪਾਸੇ ਕਰਦੇ ਹੀ ਆਣੀਆਂ ਰੋਣ ਲੱਗ ਪੈਂਦੀ ਹੈ ਤੇ ਨਾਲ ਹੀ ਪ੍ਰੇਮ ਰੋਣ ਲੱਗ ਜਾਂਦਾ ਹੈ। ਚੱਲਦੀ ਹੋਈ ਹਵਾ ਤੇਜ਼ ਹੋ ਜਾਂਦੀ ਹੈ ਤੇ ਮੰਦਰ ਦੀਆਂ ਘੰਟੀਆਂ ਜ਼ੋਰ-ਜ਼ੋਰ ਦੀ ਆਵਾਜ਼ ਕਰਦੀਆਂ ਹੋਈਆਂ ਹਿਲਦੀਆਂ ਹਨ। ਆਣੀਆਂ ਤੇ ਪ੍ਰੇਮ ਉੱਚੀ-ਉੱਚੀ ਰੋਂਦੇ ਹਨ ਤੇ ਨੰਦਨੀ ਤੇ ਨਿਰਮਲਾ ਉਹਨਾਂ ਨੂੰ ਹਿਲਾਉਂਦੀਆਂ ਹੋਈਆਂ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਹਵਾ ਹੋਰ ਤੇਜ਼ ਹੋ ਜਾਂਦੀ ਹੈ। ਸਾਰੇ ਮੰਦਰ ਦੇ ਅੰਦਰ ਚਲੇ ਜਾਂਦੇ ਹਨ। ਘੰਟੀਆਂ ਦੀ ਆਵਾਜ਼ ਹੋਰ ਉੱਚੀ ਹੋ ਜਾਂਦੀ ਹੈ। ਨਿਰਮਲਾ ਆਸੇ-ਪਾਸੇ ਵੇਖ ਕੇ, ਆ ਇੰਨੀ ਸੋਹਣੀ ਖੁਸ਼ਬੂ ਕਿੱਥੋਂ ਆ ਰਹੀ ਆ। ਗੋਵਰਧਨ ਪੌੜੀਆਂ ਵੱਲ ਇਸ਼ਾਰਾ ਕਰਦਾ ਹੈ ਤੇ ਹੈਰਾਨ ਹੋ ਕੇ ਉੱਧਰੋਂ। ਦਿਆਲਦਾਸ ਹੈਰਾਨ ਹੋ ਕੇ, ਗਾਰਡਨੀਆਂ ਦੇ ਫੁੱਲ, ਇਹ ਇੰਨੇ ਕਿੱਥੋਂ ਆਏ। ਨੰਦਨੀ ਤੇ ਨਿਰਮਲਾ ਵੀ ਹੈਰਾਨ ਹੋ ਕੇ ਵੇਖਣ ਲੱਗ ਜਾਂਦੀਆਂ ਹਨ। ਵੇਖਦੀਆਂ ਹੋਈਆਂ ਹੋਰ ਨੇੜੇ ਹੋ ਜਾਂਦੀਆਂ ਹਨ। ਪ੍ਰੇਮ ਦਾ ਰੋਂਦੇ ਹੋਏ ਦਾ ਹੱਥ ਬਾਹਰ ਆ ਜਾਂਦਾ ਹੈ ਤੇ ਆਣੀਆਂ ਦੇ ਹੱਥ ਨਾਲ ਛੂਹ ਜਾਂਦਾ ਹੈ। ਆਣੀਆਂ ਇੱਕੋ ਦਮ ਚੁੱਪ ਹੋ ਜਾਂਦੀ ਹੈ ਤੇ ਪ੍ਰੇਮ ਵੀ ਚੁੱਪ ਹੋ ਜਾਂਦਾ ਹੈ। ਫਿਰ ਸਾਰੇ ਬੱਚਿਆਂ ਵੱਲ ਵੇਖ ਕੇ ਹੈਰਾਨ ਹੁੰਦੇ ਹਨ। ਫਿਰ ਇੱਕ ਵੇਖਦੇ ਹਨ, ਇੱਕ ਟਿਕ ਉਹਨਾਂ ਨੂੰ ਵੇਖਦੇ ਹਨ। ਬਾਕੀ ਅਗਲੇ ਭਾਗ ਦੇ ਵਿੱਚ